ਟਾਈਮ ਤੇ ਬੜੀ ਐਵਰੇਜ ਦੀ ਸਟੂਡੈਂਟ ਸੀਗੀ। ਮੈਨੂੰ ਪੜ੍ਹਾਈ ਜ਼ਿਆਦਾ ਸਮਝ ਨਹੀਂ ਆਉਂਦੀ ਹੁੰਦੀ ਸੀਗੀ। ਹਾਰਡ ਵਰਕ ਨਾਲ ਐਫਰਟ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ। ਇਹ ਮੈਟਰ ਨਹੀਂ ਕਰਦਾ ਕਿ ਤੁਹਾਡੇ 10th ਵਿੱਚ 90% ਮਾਰਕਸ ਆਏ ਕਿ ਨਹੀਂ ਆਏ। ਤੁਸੀਂ ਜਿੱਦਣ ਤੋਂ ਪੜ੍ਹਾਈ ਸਟਾਰਟ ਕਰਤੀ ਉਦੋਂ ਤੋਂ ਤੁਹਾਡੀ ਸਕਸੈਸ ਸਟੋਰੀ ਸਟਾਰਟ ਹੋ ਜਾਂਦੀ ਹੈ। ਜਸਟਿਸ ਦਾ ਅਹੁਦਾ ਹੈਗਾ ਉਹ ਬੜਾ ਵੱਡਾ ਅਹੁਦਾ ਹੈ। ਕਦੇ ਸੋਚਿਆ ਵੀ ਸੀ ਪਰਿਵਾਰ ਨੇ ਕਿ ਸਾਡੀ ਧੀ ਬਣੂਗੀ ਜੱਜ? ਮੈਨੂੰ ਲੱਗਦਾ ਨਹੀਂ ਉਹਨਾਂ ਨੇ ਸੋਚਿਆ ਸੀ। ਜਦੋਂ ਮੇਰੇ ਫੇਲਿਅਰਸ ਹੋਏ ਉਹਨਾਂ ਨੇ ਕਦੇ ਮੈਨੂੰ ਡਿਸਕਰੇਜ ਨਹੀਂ ਕੀਤਾ ਕਿ ਚਲੋ ਹੁਣ ਬਸ। ਥੋੜਾ ਜਿਹਾ ਇਹ ਵੀ ਡਾਊਟ ਹੁੰਦਾ ਹੈ ਕਿ ਜਿਹੜੇ ਜੱਜ ਹੁੰਦੇ ਉਹਨਾਂ ਦੇ ਬੱਚੇ ਹੀ ਜੱਜ ਬਣਦੇ ਆ, ਪਰ ਕਦੇ ਡਿਸਕਰੇਜ ਨਹੀਂ ਮੈਨੂੰ ਕੀਤਾ। ਆਪਣੇ ਦੇਖੀਏ ਤਾਂ ਜਿਹੜੇ ਪੰਜਾਬੀ ਜ਼ਿਆਦਾਤਰ ਤੇ ਹੈਗੇ ਨੇਗੇ ਬੈਕਗ੍ਰਾਉਂਡ ਦੀ, ਜਿੱਤੇ ਗੱਲ ਕਰਦੇ ਆਂਗੇ ਤਾਂ ਪਰਿਵਾਰ ਨਾਲ ਬਹੁਤੇ ਜ਼ਿਆਦਾ ਜੇ ਕਹੀਏ ਪੜ੍ਹੇ ਲਿਖੇ ਹੈ ਨਹੀਂਗੇ ਨੇ। ਤੁਹਾਡੇ ਵੀ ਪੇਰੈਂਟਸ ਦੇ ਨਾਲ ਇਸੇ ਤਰ੍ਹਾਂ ਦੀ ਕਹਾਣੀ ਸੀ? ਮੇਰੇ ਪੇਰੈਂਟਸ ਇੰਨੇ ਜ਼ਿਆਦਾ ਐਜੂਕੇਟਿਡ ਨਹੀਂ ਸੀਗੇ, ਬਟ ਮੇਰੇ ਪੇਰੈਂਟਸ ਨਾ ਬਹੁਤ ਜ਼ਿਆਦਾ ਐਫਰਟਸ ਬਹੁਤ ਕਰਦੇ ਸੀਗੇ। ਮੰਮੀ ਨੇ ਸਾਨੂੰ ਟਿਊਸ਼ਨ ਤੇ ਛੱਡ ਕੇ ਆਉਣਾ, ਉੱਥੇ ਘੰਟਾ ਵੇਟ ਕਰਨੀ ਕਿ ਚਲੋ ਮੈਂ ਲੈ ਕੇ ਹੀ ਵਾਪਸ ਚਲੀ ਜਾਊਂਗੀ, ਦੁਬਾਰਾ ਚੱਕਰ ਕੀ ਲਾਉਣਾ। ਪਹਿਲਾਂ ਮੈਂ ਜਿਵੇਂ ਮੈਡੀਕਲ ਲਿਆ, ਉਸ ਤੋਂ ਬਾਅਦ ਜਦੋਂ ਮੈਂ ਕਹਿਤਾ ਕਿ ਮੈਂ ਲਾਅ ਕਰਨਾ ਹੈ ਤੇ ਮਤਲਬ ਮੈਨੂੰ ਕਦੇ ਕੁਐਸਚਨ ਨਹੀਂ ਕੀਤਾ ਗਿਆ ਘਰੇ ਕਿ ਕਿਉਂ। ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਆਪਸ਼ਨਾਂ ਘਟ ਜਾਂਦੀਆਂ, ਮਨ 'ਚ ਵਿਚਾਰ ਆਉਂਦਾ ਵੀ ਕੱਲ ਨੂੰ ਲੋਕ ਕੀ ਕਹਿਣਗੇ। ਮੰਨ ਲਓ ਹੁਣ ਜੇ ਅੱਜ ਐਗਜ਼ਾਮ ਨਾ ਕਲੀਅਰ ਹੁੰਦਾ, ਮੇਰਾ ਲਾਸਟ ਅਟੈਂਪਟ ਸੀਗਾ, ਬਿਕਾਜ਼ ਹੁਣ ਉਹ ਇਜਾਜ਼ਤ ਮੰਗਣਾ ਵੀ ਕਿ ਮੈਂ ਹੋਰ ਅਟੈਂਪਟ ਦੇਣਾ, ਉਹ ਮੈਨੂੰ ਕਹਿਣਾ ਹੀ ਬੜਾ ਔਖਾ ਲੱਗਦਾ ਸੀ ਕਿ ਮੈਨੂੰ ਇੱਕ ਹੋਰ ਸਾਲ ਦੇ ਦਿਓ। ਫਿਰ ਲੋਕਾਂ ਨੂੰ ਹੁੰਦਾ ਕਿ ਹਨਾ ਇਹ ਐਗਜ਼ਾਮ ਵਾਸਤੇ ਤਿਆਰੀ ਕਰਦੀ ਸੀ, ਕੀ ਖੱਟਿਆ ਵਿੱਚੋਂ। ਹਰ ਬੰਦੇ ਦੇ ਦਿਮਾਗ 'ਚ ਫਰਕ ਹੁੰਦਾ। ਇੱਕ ਬੰਦੇ ਨੇ ਕੋਈ ਚੀਜ਼ ਪੜ੍ਹ ਲੈਣੀ ਆ, ਉਹਨੂੰ ਯਾਦ ਰਹਿਣੀ ਆ ਹਮੇਸ਼ਾ। ਮੈਂ ਥੋੜੀ ਜਿਹੀ ਡਿਫਰੈਂਟ ਸੀ। ਮੈਂ ਇੱਕ ਚੀਜ਼ ਨੂੰ ਯਾਦ ਕਰਨਾ ਮੈਨੂੰ ਬਹੁਤ ਛੇਤੀ ਭੁੱਲ ਜਾਂਦੀ ਸੀ। ਫਿਰ ਮੈਂ ਉਸ ਦਿਨ ਤੋਂ ਇਹ ਡਿਸਾਈਡ ਕੀਤਾ ਕਿ ਚਲੋ ਮੈਨੂੰ ਥੋੜਾ ਜਿਹਾ ਐਫਰਟ ਜ਼ਿਆਦਾ ਕਰਨਾ ਪੈਣਾ ਕਿ ਇੱਕ ਬੰਦੇ ਨੇ ਇੱਕ ਚੀਜ਼ ਨੂੰ ਪੜ੍ਹ ਲਿਆ, ਮੈਨੂੰ ਉਹੀ ਚੀਜ਼ ਨੂੰ 10 ਵਾਰ ਪੜ੍ਹਨਾ ਪੈਣਾ। ਮੈਂ ਉਹਨੂੰ ਵਾਰ-ਵਾਰ ਰਿਪੀਟ ਕਰਦੀ ਸੀ। ਕਹਿੰਦੇ ਹੁੰਦੇ ਕਿ ਐਗਜ਼ਾਮ ਤੋਂ ਪਹਿਲਾਂ ਪ੍ਰੋਪਰ ਸੌਂ ਕੇ ਜਾਓ। ਮੈਂ 1 ਘੰਟਾ, ਅੱਧਾ ਘੰਟਾ, 1 ਘੰਟਾ ਮੈਂ ਸੌਂ ਕੇ ਜਾਂਦੀ ਹੁੰਦੀ ਸੀ ਮੈਕਸਿਮਮ। ਸਾਰੀਆਂ ਚੀਜ਼ਾਂ ਮੈਂ ਬਿਲਕੁਲ ਫਰੈਸ਼ ਪੜ੍ਹ ਕੇ ਫਿਰ ਮੈਂ ਐਗਜ਼ਾਮ ਦੇਣ ਜਾਂਦੀ ਸੀ, ਕਿਉਂਕਿ ਮੈਂ ਆਪਦੀ ਵੀਕਨੈਸ ਮੈਂ ਉਦੋਂ ਫੜ ਲਈ ਸੀ ਕਿ ਆ ਮੇਰੀ ਵੀਕਨੈਸ ਆ। ਵਾਹਿਗੁਰੂ ਦਾ ਕਿੱਡਾ ਕੁ ਮੰਨਦੇ ਹੋ ਤੁਸੀਂ ਇਹ ਸਾਰੀਆਂ ਚੀਜ਼ਾਂ ਹੋਣ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਿੱਡਾ ਕੁ ਵੱਡਾ ਸਾਥ ਰਿਹਾ? ਐਗਜ਼ਾਮ ਤੋਂ 1 ਰਾਤ ਪਹਿਲਾਂ ਮੇਰੇ ਨਾ ਇੱਥੇ ਇੱਕ ਗੰਢ ਹੋ ਗਈ। ਮੈਂ ਪਹਿਲਾਂ ਤਾਂ ਬਹੁਤ ਰੋਈ। ਮੈਂ ਕਿਹਾ ਮੇਰੇ ਇੰਨੇ ਸਾਲ ਦੀ ਪ੍ਰਿਪਰੇਸ਼ਨ ਮੇਰੇ ਅੱਜ ਹੋਣਾ ਸੀ। ਇਹ ਡਾਕਟਰ ਕੋਲ ਵੀ ਗਏ, ਉਹ ਕਹਿੰਦੇ ਕਿ ਇਹ ਤਾਂ ਕੱਢਣੀ ਪਊਗੀ, ਮਤਲਬ ਚੀਰਾ ਦੇ ਕੇ ਕੱਢਣੀ ਪਊਗੀ ਤੇ ਤੁਸੀਂ ਲਿਖ ਤਾਂ ਨਹੀਂ ਆਏ ਸਕਦੇ। ਫਿਰ ਪਰ ਮੈਂ ਰੱਬ ਤੇ ਉਸ ਰਾਤ ਛੱਡਤਾ ਸੀਗਾ, ਜਿਵੇਂ ਮਨਜ਼ੂਰ ਹੈ ਨਾ ਉਵੇਂ ਹੋ ਜੇ। ਹਾਂਜੀ, ਕਾਟਨ ਰੱਖ ਕੇ ਮੈਂ ਪੱਟੀ ਬੰਨ ਕੇ ਮਤਲਬ ਮੈਂ ਲਿਖਿਆ। ਪੇਪਰ ਦੇ ਕੇ ਲਿਖ ਕੇ ਬਾਹਰ ਆਈ, ਮੈਨੂੰ ਉਦੋਂ ਯਾਦ ਆਇਆ ਕਿ ਮੇਰੇ ਇੱਥੇ ਕੁਝ ਹੋਇਆ ਸੀ। ਮੈਨੂੰ ਪਤਾ ਵੀ ਨਹੀਂ ਚੱਲਿਆ ਪੇਪਰ 'ਚ, ਮੈਨੂੰ ਫੀਲ ਵੀ ਨਹੀਂ ਹੋਇਆ ਕਿ ਮੇਰੇ ਇੱਥੇ ਕੋਈ ਗੰਢ। ਅੱਗੇ ਦਾ ਕੀ ਸੋਚ ਕੇ ਚੱਲੇ ਹੋ? ਕਿਉਂਕਿ ਹੁਣ ਜਦੋਂ ਤੁਹਾਡੇ ਲਵੇ ਇੱਕ ਮੁਕਾਮ ਤਾਂ ਮਿਲ ਹੀ ਗਿਆ, ਹੁਣ ਲੋਕਾਂ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ। ਮੇਰੇ ਡਿਸੀਜਨਸ ਤੇ ਬਹੁਤ ਸਾਰੇ ਲੋਕਾਂ ਦੀ ਲਾਈਫ ਡਿਪੈਂਡ ਕਰੂਗੀ, ਚਾਹੇ ਉਹ ਪ੍ਰਾਪਰਟੀ ਦਾ ਮੈਟਰ ਹੋਵੇ, ਉਹਨਾਂ ਵਾਸਤੇ ਤਾਂ ਉਹੀ ਬਹੁਤ ਵੱਡਾ, ਪਰ ਪੂਰੀ ਲਾਈਫ ਨਿਕਲ ਜਾਂਦੀ ਆ। ਚਾਹੇ ਫੈਮਿਲੀ ਦਾ ਉਹਨਾਂ ਦਾ ਕੋਈ ਮੈਟਰ ਹੋਏ। ਮੈਂ ਆਪਦਾ ਕੰਮ ਬਹੁਤ ਡਿਸਿਪਲਿਨ ਨਾਲ ਕਰੂੰਗੀ। ਜਿੰਨਾ ਵੀ ਮੈਨੂੰ ਕੰਮ ਦਿੱਤਾ ਜਾਊਗਾ ਪੂਰੀ ਓਨੈਸਟੀ ਨਾਲ ਮੈਂ ਆਪਦਾ ਕੰਮ ਕਰੂੰਗੀ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਕਈ ਦਿਨ ਤੋਂ ਹੀ ਲਗਾਤਾਰ ਖਬਰਾਂ ਦੇਖ ਰਹੇ ਆ ਕਿ ਜਿਹੜੇ ਬੱਚਿਆਂ ਨੇ ਹੁਣ ਆਪਦੇ ਜੱਜ ਬਣਨ ਦਾ ਸੁਪਨਾ ਪੂਰਾ ਕਰ ਲਿਆ। ਹਾਲਾਂਕਿ ਜੇ ਕਹੀਏ ਕਿ ਐਜੂਕੇਸ਼ਨਲ ਜਿਹੜੀ ਟੈਕਨੀਕਲ ਭਾਸ਼ਾ ਉਹਦੇ ਵਿੱਚ PCS HCS ਕਹਿੰਦੇ ਆਗੇ, ਪਰ ਨਾਲ ਹੀ ਦੇਖਿਆ ਜਾਵੇ ਤਾਂ ਆਖਰਕਾਰ ਜਦੋਂ ਏਮ ਕਿਸੇ ਸਟੂਡੈਂਟ ਦਾ ਹੁੰਦਾ ਤਾਂ ਉਹਦੇ ਪਿੱਛੇ ਦੀ ਕਈ ਕਹਾਣੀਆਂ ਹੁੰਦੀਆਂ ਨੇ, ਮਾਇਨੇ ਉਹ ਰੱਖਦੀਆਂ ਨੇ। ਕਿਉਂਕਿ ਆਮ ਅਸੀਂ ਦੇਖਦੇ ਹਾਂ ਕਿ ਜੱਜ ਤਾਂ ਬਥੇਰੇ ਨੇ, ਪਰ ਜਿਹੜੀਆਂ ਉਹਨਾਂ ਦੀਆਂ ਆਪਦੀਆਂ ਕਈ ਦਿਲਾਂ ਨੂੰ ਛੂਹਣ ਵਾਲੀਆਂ ਕਹਾਣੀਆਂ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਅਸਰ ਪਾਉਂਦੀਆਂ ਨੇ। ਉਹ ਇਸ ਕਰਕੇ ਵੀ ਹੁੰਦਾ ਹੈ ਕਿ ਅੱਗੇ ਜਿਹੜੇ ਹੋਰ ਬੱਚਿਆਂ ਨੇ ਤਿਆਰੀ ਕਰਨੀ ਹੈ ਉਹਨਾਂ ਦੇ ਮਨ ਡੋਲਣ ਨਾ ਤੇ ਟੁੱਟਣ ਨਾ। ਅੰਮ੍ਰਿਤ ਬਰਾੜ ਸਾਡੇ ਨਾਲ ਨੇ, ਕਹਿ ਸਕਦੇ ਆਂਗੇ ਕਿ ਆਉਂਦੇ ਭਵਿੱਖ ਦੇ ਜੱਜ ਨੇ। ਮੈਡਮ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸਰ, ਥੈਂਕ ਯੂ। ਜਿਹੜੀ ਗੱਲ ਕਹੀਏ ਕਿ ਤਿਆਰੀ ਹਰ ਇੱਕ ਬੱਚਾ ਨੂੰ ਇਹ ਹੁੰਦਾ ਵੀ ਮੈਂ ਜਿਹੜੇ ਵੀ ਟੈਸਟ ਦੀ ਪੇਪਰ ਦੀ ਤਿਆਰੀ ਕਰ ਰਿਹਾ, ਪੜ੍ਹਾਈ ਸ਼ੁਰੂ ਕਰੀ ਆ, ਉਹ ਮੈਂ ਇੱਕ ਮੁਕਾਮ ਤੱਕ ਪਹੁੰਚਾਂ। ਤੇ ਕਈ ਦੇਖਿਆ ਜਾਂਦਾ ਵੀ ਬੱਚਿਆਂ ਨੂੰ ਇਹ ਲੱਗਦਾ ਕਿ ਉਰੇ ਤਾਂ ਜੀ ਇਕੱਲੇ ਬਹੁਤ ਜ਼ਿਆਦਾ ਜਿਹੜੇ ਪੁਰਾਣੇ ਟੈਲੈਂਟਡ ਨੇ ਉਹੀ ਜਾਣਗੇ, ਜਿਨ੍ਹਾਂ ਦਾ ਪਹਿਲਾਂ ਪੂਰਾ ਇੱਕ ਮੈਨੇਜਡ ਸਿਸਟਮ ਆ ਉਹ ਜਾਣਗੇ। ਲੱਗਦਾ ਕਿ ਤੁਹਾਡੇ ਮਨ ਦੇ ਵਿੱਚ ਹੋਣੀ ਚਾਹੀਦੀ ਹੈ ਗੱਲ, ਹੋ ਤਾਂ ਸਾਰੀ ਸੰਭਵ ਸਕਦੀ ਹੈ। ਸਰ ਮੈਂ ਸਕੂਲ ਟਾਈਮ ਤੇ ਬੜੀ ਐਵਰੇਜ ਦੀ ਸਟੂਡੈਂਟ ਸੀਗੀ ਤੇ ਮੈਨੂੰ ਪੜ੍ਹਾਈ ਜ਼ਿਆਦਾ ਸਮਝ ਨਹੀਂ ਆਉਂਦੀ ਹੁੰਦੀ ਸੀਗੀ, ਤੇ ਪਰ ਆਈ ਥਿੰਕ ਹਾਰਡ ਵਰਕ ਨਾਲ ਐਫਰਟ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ। ਇਹ ਮੈਟਰ ਨਹੀਂ ਕਰਦਾ ਕਿ ਤੁਹਾਡੇ 10th ਵਿੱਚ 90% ਮਾਰਕਸ ਆਏ ਕਿ ਨਹੀਂ ਆਏ। ਇਹ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ। ਤੁਸੀਂ ਜਿੱਦਣ ਤੋਂ ਪੜ੍ਹਾਈ ਸਟਾਰਟ ਕਰਤੀ ਉਦੋਂ ਤੋਂ ਤੁਹਾਡੀ ਸਕਸੈਸ ਸਟੋਰੀ ਸਟਾਰਟ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤੀ ਦੌਰ ਤੇ ਤੁਸੀਂ ਪੜ੍ਹਾਕੂ ਕੋਈ ਜ਼ਰੂਰੀ ਨਹੀਂ ਹੈਗੇ? ਨਹੀਂ, ਬਿਲਕੁਲ ਵੀ ਨਹੀਂ। ਇਹ ਕੋਈ ਮੈਟਰ ਨਹੀਂ ਕਰਦਾਗਾ। ਤੇ ਬਸ ਤੁਸੀਂ ਮਤਲਬ ਆਪਣੀ ਲਗਨ ਨਾਲ ਪੜ੍ਹਾਈ ਕਰਨੀ ਹੈ ਤੇ ਸਿਲੇਬਸ ਕੰਪਲੀਟ ਕਰੋ ਤੇ ਆਪਣਾ ਰਿਵਾਈਜ਼ ਕਰਦੇ ਰਹੋ ਵਾਰ-ਵਾਰ। ਤੇ ਇਹ ਉਹੀ ਮਨ 'ਚ ਥੋੜੇ ਜਿਹੇ ਡਾਊਟ ਹੁੰਦੇ ਆ ਕਿ ਮੇਰੇ ਨਾਲ ਦੇ ਸਟੂਡੈਂਟਸ ਦੀ ਪਹਿਲਾਂ ਹਿੰਦੀ ਵਧੀਆ ਰਹੀ ਹੈ, ਇੰਗਲਿਸ਼ ਵਧੀਆ ਰਹੀ ਹੈ, ਉਹਨਾਂ ਨਾਲ ਕੰਪੀਟ ਕਰਨਾ। ਪਰ ਠੀਕ ਹੈ, ਫਿਰ ਤੁਹਾਨੂੰ ਥੋੜਾ ਜਿਹਾ ਐਫਰਟ ਜ਼ਿਆਦਾ ਪਾਉਣਾ ਪੈਣਾ ਦੂਸਰੇ ਸਟੂਡੈਂਟਸ ਨਾਲੋਂ। ਇੰਨਾ ਕੁ ਫਰਕ ਹੁੰਦਾ ਜੇ ਉਹ
ਉਹ 10 ਘੰਟੇ ਪੜ੍ਹ ਰਿਹਾ, ਤੁਸੀਂ ਉਹਨੂੰ 14 ਘੰਟੇ ਪੜ੍ਹਨਾ ਪਊਗਾ। ਥੋੜਾ ਜਿਹਾ ਫਰਕ ਤਾਂ ਪੈਂਦਾ ਹੈ, ਪਰ ਇਹ ਨਹੀਂ ਹੈਗਾ ਕਿ ਜੇ ਤੁਸੀਂ ਪਹਿਲਾਂ ਤੋਂ ਤੁਸੀਂ ਇੰਨਾ ਸਕੋਰ ਕਰ ਰਹੇ ਸੀ ਤੁਸੀਂ ਤਾਂ ਹੀ ਸਕਸੈਸਫੁਲ ਹੋ ਸਕਦੇ ਆ। ਪਰ ਇੱਕ ਚੀਜ਼ ਆਪਣੇ ਦੇਖੀਏ ਤਾਂ ਜਿਹੜੇ ਪੰਜਾਬੀ ਜ਼ਿਆਦਾਤਰ ਤੇ ਹੈਗੇ ਨੇਗੇ ਬੈਕਗ੍ਰਾਉਂਡ ਦੀ ਜਿੱਦਾਂ ਗੱਲ ਕਰਦੇ ਆਂਗੇ ਤਾਂ ਪਰਿਵਾਰ ਨਾਲ ਬਹੁਤੇ ਜ਼ਿਆਦਾ ਜੇ ਕਹੀਏ ਪੜ੍ਹੇ ਲਿਖੇ ਹੈ ਨਹੀਂ ਗੇ ਨੇ। ਤੁਹਾਡੇ ਵੀ ਪੇਰੈਂਟਸ ਦੇ ਨਾਲ ਇਸੇ ਤਰ੍ਹਾਂ ਦੀ ਕਹਾਣੀ ਸੀ ਕਿ ਆਖਰਕਾਰ ਜ਼ਿਆਦਾ ਵੈਲ ਐਜੂਕੇਟਡ ਨਹੀਂ ਸੀਗੇ? ਕਿਉਂਕਿ ਆਮ ਤੌਰ ਤੇ ਹੁੰਦਾ ਹੈ ਕਿ ਜਿਹੜੇ ਹੁਣ ਜਿਵੇਂ ਡਾਕਟਰ ਨੇ, ਵਕੀਲ ਨੇ, ਜਾਂ ਕੋਈ ਵੀ ਕੈਟਾਗਰੀ ਲਾ ਲਈ ਆਪਾਂ, ਉਹਨਾਂ ਨੂੰ ਹੁੰਦਾ ਵੀ ਅਸੀਂ ਆਪਦੇ ਬੱਚੇ ਨੂੰ ਇੱਕ ਦਿਸ਼ਾ ਸ਼ੁਰੂ ਤੋਂ ਦੇ ਦਿੰਦੇ ਨੇ, ਉਹ ਉਸੇ ਵੱਲ ਵੱਧਦਾ ਹੈ। ਪਰ ਤੁਸੀਂ ਸਟਾਰਟਿੰਗ ਮੈਡੀਕਲ ਤੋਂ ਕਰੀ ਤੇ ਪਹੁੰਚੇ ਫਿਰ ਜੱਜ ਦੀ ਸੀਟ ਤੱਕ। ਹਾਂਜੀ ਸਰ, ਮੇਰੇ ਪੇਰੈਂਟਸ ਇੰਨੇ ਜ਼ਿਆਦਾ ਐਜੂਕੇਟਡ ਨਹੀਂ ਸੀਗੇ, ਬਟ ਮੇਰੇ ਪੇਰੈਂਟਸ ਨਾ ਬਹੁਤ ਜ਼ਿਆਦਾ ਐਫਰਟਸ ਬਹੁਤ ਕਰਦੇ ਸੀਗੇ। ਜਦੋਂ ਮਤਲਬ ਮੈਂ ਸਕੂਲ 'ਚ ਸੀਗੀ ਤੇ ਮੰਮੀ ਨੇ ਸਾਨੂੰ ਟਿਊਸ਼ਨ ਤੇ ਛੱਡ ਕੇ ਆਉਣਾ, ਉੱਥੇ ਮਤਲਬ ਉਹ ਥੋੜਾ ਜਿਹਾ ਸੇਵ ਕਰਨ ਲਈ ਤੇ ਟਿਊਸ਼ਨ ਤੇ ਛੱਡ ਕੇ ਆਉਣਾ, ਉੱਥੇ ਘੰਟਾ ਘੰਟਾ ਵੇਟ ਕਰਨੀ ਕਿ ਚਲੋ ਮੈਂ ਲੈ ਕੇ ਹੀ ਵਾਪਸ ਚਲੀ ਜਾਊਂਗੀ, ਦੁਬਾਰਾ ਚੱਕਰ ਕੀ ਲਾਉਣਾ। ਤੇ ਉਹਨਾਂ ਨੇ ਐਫਰਟ ਬਹੁਤ ਕੀਤਾ ਹੈ। ਮੈਂ ਪੜ੍ਹਾਈ 'ਚ ਇੰਨੀ ਜ਼ਿਆਦਾ ਵਧੀਆ ਨਹੀਂ ਸੀਗੀ ਸਕੂਲ ਟਾਈਮ ਤੇ, ਪਰ ਹੌਲੀ ਹੌਲੀ ਜਿਵੇਂ ਮੇਰੀ ਫਿਰ ਦਿੱਲੀ ਯੂਨੀਵਰਸਿਟੀ ਐਡਮਿਸ਼ਨ ਹੋਈ, ਉੱਥੇ ਹੋਰ ਲੋਕਾਂ ਨਾਲ ਇੰਟਰੈਕਸ਼ਨ ਹੋਈ, ਫਿਰ ਥੋੜੀ ਅਵੇਅਰਨੈਸ ਵੱਧਦੀ ਰਹਿੰਦੀ ਹੈ ਕਿ ਅੱਛਾ ਕੋਈ ਜੁਡੀਸ਼ੀਅਲ ਸਰਵਿਸਿਜ਼ ਵਰਗੀ ਵੀ ਕੋਈ ਚੀਜ਼ ਹੁੰਦੀ ਆ, ਉਹ ਕਿਵੇਂ ਕਰੈਕ ਕੀਤਾ ਜਾਂਦਾ, ਕੀ ਐਗਜ਼ਾਮ ਹੁੰਦਾ ਹੈ। ਤੇ ਪੇਰੈਂਟਸ ਦਾ ਨਹੀਂ ਬਹੁਤ ਐਫਰਟ ਰਿਹਾ। ਮਤਲਬ ਜਿਵੇਂ ਮੇਰੇ ਪੇਰੈਂਟਸ ਇੰਨੇ ਐਜੂਕੇਟਡ ਨਹੀਂ ਸੀਗੇ, ਜਦੋਂ ਮੇਰੀ ਦਿੱਲੀ ਐਡਮਿਸ਼ਨ ਹੋਈ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਕਿ ਨਹੀਂ ਕੋਈ ਗੱਲ ਨਹੀਂ, ਤੁਸੀਂ ਦਿੱਲੀ ਜਾਓ, ਪੜ੍ਹੋ ਉੱਥੇ। ਮਤਲਬ ਹੁੰਦਾ ਵੀ ਕੁੜੀ ਐਡੀ ਦੂਰ ਜਾਊਗੀ, ਇਕੱਲੀ ਪੜ੍ਹੂਗੀ ਲਿਖੂਗੀ, ਇਹ ਨਹੀਂ ਸੀਗਾ। ਮਤਲਬ ਪਹਿਲਾਂ ਮੈਂ ਜਿਵੇਂ ਮੈਡੀਕਲ ਲਿਆ, ਉਸ ਤੋਂ ਬਾਅਦ ਜਦੋਂ ਮੈਂ ਕਹਿਤਾ ਕਿ ਮੈਂ ਲਾਅ ਕਰਨਾ ਹੈ, ਤੇ ਮਤਲਬ ਮੈਨੂੰ ਕਦੇ ਕੁਐਸਚਨ ਨਹੀਂ ਕੀਤਾ ਗਿਆ ਘਰੇ ਕਿ ਕਿਉਂ। ਤੇ ਉਹ ਮੈਂ ਇੰਡੀਪੈਂਡੈਂਟ ਰਹੀ ਹਾਂ ਇਸ ਚੀਜ਼ 'ਚ। ਮੈਨੂੰ ਕਦੇ ਕਿਸੇ ਨੇ ਮਤਲਬ ਮੇਰੇ ਘਰਦਿਆਂ ਨੇ ਉਹੀ ਉਹਨਾਂ ਦੀ ਅੱਖਾਂ 'ਚ ਹੀ ਮੈਨੂੰ ਦਿਖਦਾ ਸੀਗਾ ਕਿ ਤੁਸੀਂ ਜੋ ਕਰਨਾ ਕਰੋ, ਹਨਾ। ਤੇ ਤਾਂ ਕਰਕੇ ਵੀ ਉਹ ਸਪੋਰਟ ਸਿਸਟਮ ਸੀਗਾ ਇੱਕ, ਈਵਨ ਦੋ ਐਜੂਕੇਟਡ ਨਹੀਂ ਸੀਗੇ ਤੇ ਬਟ ਇੱਕ ਸਪੋਰਟ ਸਿਸਟਮ ਬਹੁਤ ਸਟਰੋਂਗ ਸੀਗਾ। ਲੱਗਿਆ ਸੀ ਕਦੇ ਕਿ ਕਿਉਂਕਿ ਆਮ ਤੌਰ ਤੇ ਜੇ ਦੇਖਿਆ ਜਾਵੇ ਜਿਹੜਾ ਜਸਟਿਸ ਦਾ ਅਹੁਦਾ ਹੈਗਾ ਉਹ ਬੜਾ ਵੱਡਾ ਅਹੁਦਾ ਹੈ। ਬਹੁਤ ਸਾਰੇ ਜਿਵੇਂ ਦੇਖਦੇ ਆ, ਜਿਵੇਂ ਤੁਹਾਨੂੰ ਮੈਂ ਗੱਲ ਕਰੀ ਡਾਕਟਰ ਦਾ ਨੂੰ ਹੁੰਦਾ ਵੀ ਸਾਡਾ ਬੱਚਾ ਜਿਹੜਾ ਅੱਗੇ MS MD ਬਣੇ, ਤੇ ਇਸੇ ਤਰ੍ਹਾਂ ਦੇ ਨਾਲ ਵਕਾਲਤ ਦੇ ਵਿੱਚ ਜਿਹੜੇ ਹੁੰਦੇ ਨੇ। ਪਰ ਘਰੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ, ਕਦੇ ਸੋਚਿਆ ਵੀ ਸੀ ਪਰਿਵਾਰ ਨੇ ਕਿ ਸਾਡੀ ਧੀ ਬਣੂਗੀ ਜੱਜ? ਸੋ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਸੋਚਿਆ ਸੀ, ਪਰ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਮੇਰੇ ਬਹੁਤ ਸਾਰੇ ਫੇਲੀਅਰਸ ਹੋਏ, ਮੈਂ ਕੁਝ ਪਹਿਲਾਂ ਵੀ ਐਗਜ਼ਾਮ ਦਿੱਤੇ ਸੀ, ਜਦੋਂ ਮੇਰੇ ਫੇਲੀਅਰਸ ਹੋਏ ਉਹਨਾਂ ਨੇ ਕਦੇ ਮੈਨੂੰ ਡਿਸਕਰੇਜ ਨਹੀਂ ਕੀਤਾ ਕਿ ਚਲੋ ਹੁਣ ਬਸ, ਹਨਾ। ਤੇ ਹੁਣ ਜਿਵੇਂ ਮੇਰੀ ਏਜ 29 ਹੋ ਗਈ ਤੇ ਕਦੇ ਮੈਨੂੰ ਉਹਨਾਂ ਨੇ ਇਹ ਨਹੀਂ ਕਿਹਾਗਾ ਕਿ ਨਹੀਂ ਹੁਣ ਨਹੀਂ ਦੇਣਾ ਐਗਜ਼ਾਮ, ਬਟ ਉਹਨਾਂ ਦੇ ਚਲੋ ਮੈਨੂੰ ਅੱਖਾਂ 'ਚ ਦਿਖਦਾ ਸੀ ਕਿ ਫਿਕਰ ਹੁੰਦਾ ਸੀ ਇੱਕ, ਤੇ ਪਰ ਕਦੇ ਡਿਸਕਰੇਜ ਨਹੀਂ ਮੈਨੂੰ ਕੀਤਾ ਕਿ ਨਹੀਂ। ਉਹ ਤਾਂ ਚਲੋ ਮੇਰੇ ਮਨ 'ਚ ਵੀ ਹੁੰਦਾ ਸੀਗਾ ਕਿ ਪਤਾ ਨਹੀਂ ਹੋਣਾ ਹੈ ਕਿ ਨਹੀਂ, ਹਾਂਜੀ, ਕਿ ਪਤਾ ਨਹੀਂ ਹੋਣਾ ਹੈ ਕਿ ਨਹੀਂ ਹੋਣਾ। ਉਹ ਫਿਕਰ ਉਹਨਾਂ ਨੂੰ ਤਾਂ, ਬਿਕੋਜ਼ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਕੀ ਪੜ੍ਹਦੀ ਪਈ ਹਾਂ। ਉਹਨਾਂ ਦੇ ਮਨ 'ਚ ਬਹੁਤ ਫਿਕਰ ਹੁੰਦਾ ਸੀਗਾ ਕਿ ਥੋੜਾ ਜਿਹਾ ਇਹ ਵੀ ਡਾਊਟ ਹੁੰਦਾ ਹੈ ਕਿ ਜਿਹੜੇ ਜੱਜ ਹੁੰਦੇ ਆ ਉਹਨਾਂ ਦੇ ਬੱਚੇ ਹੀ ਜੱਜ ਬਣਦੇ ਆ, ਜਾਂ ਮਤਲਬ ਉਹਨਾਂ ਦੇ ਮੈਨੂੰ ਫੇਸ ਤੇ ਉਹ ਡਾਊਟ ਦਿਖਦਾ ਹੁੰਦਾ ਸੀਗਾ। ਪਰ ਚਲੋ ਉਹਨਾਂ ਨੇ ਵੀ ਕੁਝ ਨਹੀਂ ਕਿਹਾ, ਤੁਹਾਨੂੰ ਵੀ ਕੁਝ? ਹਾਂਜੀ। ਤੇ ਆਮ ਤੌਰ ਤੇ ਦੇਖਦੇ ਆ ਕਿ ਜਦੋਂ ਜਿਵੇਂ ਕਹੀਏ ਕਿ ਧੀ ਤਾਂ ਵੈਸੇ ਜੰਮਣ ਸਾਰੀ ਜੇ ਦੇਖਿਆ ਜਾਵੇ ਤਾਂ ਮਾਪਿਆਂ ਦੇ ਸਿਰ ਤੇ ਇੱਕ ਲਗਾਤਾਰ ਜੇ ਕਹੀਏ ਜ਼ਿੰਮੇਵਾਰੀ ਆ ਜਾਂਦੀ ਹੈ ਵੀ ਧੀ ਨੇ ਬਗਾਨੇ ਘਰ ਜਾਣਾ, ਤੇ ਉਹਦੇ ਤੋਂ ਉਹ ਤਿਆਰੀਆਂ ਸ਼ੁਰੂ ਕਰ ਦਿੰਦੇ ਨੇ। ਤੇ ਇਸੇ ਤਰ੍ਹਾਂ ਦੇ ਨਾਲ ਜਿਉਂ-ਜਿਉਂ ਉਮਰ ਵੱਧਦੀ ਜਾਂਦੀ ਹੈ ਤੇ ਇਹ 23-24 ਸਾਲ ਦਾ ਜਿਹੜਾ ਕਹੀਏ ਤਾਂ ਇਹ ਉਹ ਪੀਕ ਸਮਾਂ ਹੁੰਦਾ ਜਦੋਂ ਕੋਈ ਨਾ ਕੋਈ ਡਿਸੀਜਨ ਪਰਿਵਾਰ ਲੈ ਲੈਂਦੇ ਨੇ, ਤੇ ਅੱਗੇ ਕਹੀਏ ਤਾਂ ਧੀ ਵੀ ਕੋਈ ਨਾ ਕੋਈ ਡਿਸੀਜਨ ਲੈਂਦੀ ਆ। ਇਸ ਤਰ੍ਹਾਂ ਦਾ ਮੁਕਾਮ ਕਦੇ ਚਰਚਾ ਗੱਲ ਹੋਈ ਕਿ ਆਖਰਕਾਰ ਨਹੀਂ ਧੀ ਰਾਣੀਆਂ ਛੱਡ ਬਹੁਤ ਪੜ੍ਹ ਲਈ ਤੂੰ, ਹੁਣ ਜਾ ਕੇ ਹੁਣ ਤੇਰਾ ਅੱਗੇ ਨੂੰ ਵਿਆਹ ਕਰ ਦਈਏ? ਹਾਂਜੀ ਸਰ, ਬਹੁਤ ਹੁੰਦੀ ਸੀਗੀ। ਤੇ ਕਦੇ ਮੈਂ ਥੋੜਾ ਜਿਹਾ ਗੁੱਸਾ ਵੀ ਕਰ ਦਿੰਦੀ ਸੀ, ਤੇ ਕਦੇ ਪੇਰੈਂਟਸ ਵੀ ਸਮਝ ਜਾਂਦੇ ਸੀਗੇ, ਤਾਂ ਬਸ ਉਹ ਬੈਲੈਂਸ ਜਿਹਾ ਬਣਦਾ ਰਿਹਾ। ਤੇ ਮਤਲਬ ਫਾਈਨਲੀ ਆ ਕੇ ਐਗਜ਼ਾਮ ਕਲੀਅਰ ਹੋ ਗਿਆ। ਬਾਕੀ ਵਿੱਚ ਕੋਵਿਡ ਆ ਗਿਆ ਸੀ, 2-2.5 ਸਾਲ ਐਗਜ਼ਾਮ ਨਹੀਂ ਆਇਆ, ਉਹਦੀ ਵਜ੍ਹਾ ਨਾਲ ਵੀ ਥੋੜਾ ਜਿਹਾ ਲਾਸ ਹੋਇਆ ਕਿ ਐਗਜ਼ਾਮ ਹੀ ਨਹੀਂ ਆਇਆ। ਤੇ ਮਤਲਬ ਇੱਕ ਪੁਆਇੰਟ ਆਇਆ ਆ ਗਿਆ ਸੀ ਕਿ ਪੇਰੈਂਟਸ ਨੂੰ ਆਏ ਸੀਗਾ ਕਿ ਹਾਂ ਬਸ ਹੁਣ ਤਾਂ ਵਿਆਹ ਕਰ ਹੀ ਦੇਣਾ ਹੈ, ਕਿਉਂਕਿ ਮੇਰਾ ਜਿਹੜਾ ਬ੍ਰਦਰ ਹੈਗਾ ਉਹ ਮੇਰੇ ਤੋਂ 1 ਸਾਲ ਛੋਟਾ ਹੈ। ਉਹਨਾਂ ਨੂੰ ਸੀਗਾ ਕਿ ਇਹਦਾ ਕਰਾਂਗੇ ਤਾਂ ਫਿਰ ਬ੍ਰਦਰ ਦਾ ਕਰਾਂਗੇ, ਹਾਂਜੀ। ਪਰ ਉਹੀ ਮਤਲਬ ਸ਼ਾਇਦ ਰੱਬ ਨੇ ਸਾਥ ਦਿੱਤਾ ਕਿ ਹਨਾ, ਕਦੇ ਮੈਂ ਕਹਿ ਦੇਣਾ ਕਿ ਮੈਨੂੰ ਥੋੜਾ ਜਿਹਾ ਹੋਰ ਟਾਈਮ ਦੇ ਦਿਓ, ਕਦੇ ਪੇਰੈਂਟਸ ਗੁੱਸੇ ਹੋ ਜਾਂਦੇ ਸੀ, ਫਿਰ ਮੈਂ ਵੀ ਗੁੱਸੇ 'ਚ ਬੋਲ ਪੈਂਦੀ ਸੀ ਕਿ ਨਹੀਂ ਮੈਂ ਐਗਜ਼ਾਮ ਦੇਣਾ ਹੈ, ਹਜੇ ਮੈਂ ਇੱਕ ਹੋਰ ਅਟੈਂਪਟ ਦੇਣਾ ਹੈ। ਤੁਹਾਡੀ ਜੇ ਕਹੀਏ ਕਿ ਪਰਿਵਾਰ ਦੀ ਜਿਵੇਂ ਕਹਿੰਦੇ ਹੁੰਦੇ ਨੇ ਆਪਸੀ ਜਦੋਂ ਗੱਲਾਂ ਬਾਤਾਂ ਜਾਂ ਸੋਚ ਮਿਲਦੀ ਹੋਵੇ ਤੇ ਪਰਿਵਾਰ ਇਕੱਠਾ ਹੋ ਕੇ ਚੱਲਦਾ ਹੋਵੇ, ਉਦੋਂ ਫਿਰ ਕਈ ਚੀਜ਼ਾਂ ਜਿਹੜੀਆਂ ਨੇ ਕਿ ਅੱਗੇ ਸਫਲ ਕਰਨੀ ਵੱਧ ਜਾਂਦੀਆਂ ਨੇ। ਉਹੀ ਚੀਜ਼ ਲੱਗਦਾ ਕਿ ਤੁਹਾਡੀ ਆਪਸੀ ਤੌਰ ਤੇ ਦੇਖਿਆ ਜਾਵੇ ਨੋਕ ਝੋਂਕ ਕਿੰਨੀ ਸੀ, ਪਰ ਪਰਿਵਾਰ ਵੀ ਚਾਹੁੰਦਾ ਸੀਗਾ ਵੀ ਕੋਈ ਨਹੀਂ, ਇੱਕ ਵਾਰੀ ਜੇ ਧੀ ਚਾਹੁੰਦੀ ਹੈ ਤਾਂ ਉਹ ਕਰ ਲੈ ਜਿਹੜਾ ਕੁਝ ਕਰਨਾ। ਹਾਂਜੀ ਸਰ, ਮਤਲਬ ਜਦੋਂ ਮੈਂ ਇਹਦੀ ਤਿਆਰੀ ਸ਼ੁਰੂ ਕੀਤੀ ਸੀਗੀ ਤੇ ਉਦੋਂ ਮਤਲਬ ਉਹੀ ਹੁੰਦਾ ਨਾ ਕਿ ਐਕਸਾਈਟਮੈਂਟ ਨਾਲ ਆਪਾਂ ਸ਼ੁਰੂ ਕਰਦੇ ਆ, ਪਰ ਜਦੋਂ ਫੇਲੀਅਰਸ ਆਉਂਦੇ ਰਹਿੰਦੇ ਆ ਤੇ ਮਤਲਬ ਬਾਕੀਆਂ ਦੇ ਮਨ 'ਚ ਡਾਊਟ ਪਹਿਲਾਂ ਹੋਣੇ ਸ਼ੁਰੂ ਹੋ ਜਾਂਦੇ ਕਿ ਸ਼ਾਇਦ ਇਹਦਾ ਨਹੀਂ ਹੋਣਾ, ਇੰਨੀ ਵਾਰ ਦੇਤਾ, ਮੇਬੀ ਇਸ ਵਾਰ ਵੀ ਨਾ ਹੋਵੇ।
ਤੇ ਡਾਊਟਸ ਮੇਰੇ ਮਨ 'ਚ ਜੇ ਹੋ ਸਕਦੇ ਆ, ਕਿਉਂਕਿ ਮੈਂ ਤਾਂ ਪੜ੍ਹਦੀ ਪਈ ਸੀ, ਮੇਰੇ ਮਨ 'ਚ ਵੀ ਡਾਊਟ ਸੀ ਕਿ ਹੋਏਗਾ ਕਿ ਨਹੀਂ, ਤੇ ਪੇਰੈਂਟਸ ਦੇ ਮਨ 'ਚ ਤਾਂ ਹੋਣਾ ਹੀ ਸੀ, ਕਿਉਂਕਿ ਉਹਨਾਂ ਨੂੰ ਤਾਂ ਕਲੂ ਹੀ ਨਹੀਂ ਹੈਗਾ ਕਿ ਉਹ ਕੀ ਪੜ੍ਹਦੀ ਪਈ ਆ। ਇੰਨੇ ਸਾਲ ਹੋ ਗਏ ਮਤਲਬ ਰੂਮ 'ਚ ਬੈਠ ਕੇ ਪੜ੍ਹੀ ਜਾਂਦੀ ਆ, ਤੇ ਡਾਊਟ ਤਾਂ ਬੜਾ ਨੈਚੁਰਲ ਆ। ਤੇ ਮੈਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਹੈਂਡਲ ਕੀਤਾ। ਮੈਂ ਕਦੇ ਉਹਨਾਂ ਨਾਲ ਰੂਡਲੀ ਨਹੀਂ ਮੈਂ ਕਿਹਾ ਕਿ ਮੈਂ ਨਹੀਂ ਹਜੇ ਵਿਆਹ ਕਰਾਉਣਾ, ਪਰ ਮੈਂ ਥੋੜਾ ਜਿਹਾ ਪਿਆਰ ਨਾਲ ਹੀ ਇਸ ਚੀਜ਼ ਨੂੰ ਹੈਂਡਲ ਕੀਤਾ, ਕਿਉਂਕਿ ਮੈਂ ਉਹਨਾਂ ਦਾ ਪੁਆਇੰਟ ਆਫ ਵਿਊ ਮੈਂ ਸਮਝਦੀ ਸੀ ਕਿ ਹਰ ਪੇਰੈਂਟਸ ਨੂੰ ਨਾ ਟੈਨਸ਼ਨ ਹੁੰਦੀ ਹੈ ਇੱਕ ਪੁਆਇੰਟ ਤੇ ਆ ਕੇ ਕਿ ਆਮ ਜਦੋਂ ਦਿਖਦੇ ਆ ਕਿ ਇਹ ਕੁੜੀ ਦੇ ਵਾਸਤੇ ਹੋ ਜਾਂਦਾ ਹੈ, ਕੁੜੀ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਆਪਸ਼ਨਾਂ ਘਟ ਜਾਂਦੀਆਂ, ਕਿਉਂਕਿ ਇਕੱਲਾ ਪੇਰੈਂਟਸ ਦਾ ਆਪਦੇ ਤੱਕ ਦਾ ਨਹੀਂ ਰਹਿੰਦਾ, ਜਿਹੜਾ ਤੁਹਾਡੇ ਰਿਸ਼ਤੇਦਾਰ ਨੇ, ਤੁਹਾਡਾ ਆਸੇ-ਪਾਸਾ ਹੈਗਾ, ਉਹ ਵੀ ਚੀਜ਼ ਕਿਤੇ ਨਾ ਕਹਿਣ ਲੱਗ ਜਾਂਦਾ, ਕਿਉਂਕਿ ਜੇ ਕੁਦਰਤੀ ਫੇਲੀਅਰ ਰਹਿ ਜਾਂਦਾ, ਚਲੋ ਰੱਬ ਨੇ ਤੁਹਾਡੀ ਬਾਹ ਫੜੀ ਆ, ਪਰ ਉਦੋਂ ਫਿਰ ਬਾਕੀ ਸਲਾਹ ਦੇਣ ਵਾਲੇ ਬਹੁਤ ਆ ਜਾਂਦੇ ਨੇ, ਮਨ 'ਚ ਵਿਚਾਰ ਆਉਂਦਾ ਵੀ ਕੱਲ ਨੂੰ ਲੋਕ ਕੀ ਕਹਿਣਗੇ। ਹਾਂਜੀ ਹਾਂਜੀ, ਉਹ ਹੁੰਦਾ ਹੀ ਹੈ ਕਿ ਮੰਨ ਲਓ ਹੁਣ ਜੇ ਅੱਜ ਐਗਜ਼ਾਮ ਨਾ ਕਲੀਅਰ ਹੁੰਦਾ, ਮੇਰਾ ਲਾਸਟ ਅਟੈਂਪਟ ਸੀਗਾ, ਬਿਕਾਜ਼ ਹੁਣ ਮੈਨੂੰ ਲੱਗਦਾ ਕਿ ਹੁਣ ਉਹ ਇਜਾਜ਼ਤ ਮੰਗਣਾ ਵੀ ਕਿ ਮੈਂ ਹੋਰ ਅਟੈਂਪਟ ਦੇਣਾ, ਉਹ ਮੈਨੂੰ ਕਹਿਣਾ ਹੀ ਬੜਾ ਔਖਾ ਲੱਗਦਾ ਸੀ ਕਿ ਮੈਨੂੰ ਇੱਕ ਹੋਰ ਸਾਲ ਦੇ ਦਿਓ, ਤੇ ਇਸ ਕਰਕੇ ਔਖਾ ਤਾਂ ਲੱਗਦਾ ਸੀ। ਹਾਂਜੀ, ਜੇ ਫੇਲੀਅਰ ਮਤਲਬ ਜੇ ਆਪਾਂ ਫੇਲੀਅਰ ਫੇਸ ਕਰਦੇ ਆ, ਫਿਰ ਲੋਕਾਂ ਨੂੰ ਹੁੰਦਾ ਕਿ ਹਨਾ ਇਹ ਐਗਜ਼ਾਮ ਵਾਸਤੇ ਤਿਆਰੀ ਕਰਦੀ ਸੀ, ਕੀ ਖੱਟਿਆ ਵਿੱਚੋਂ, ਹਨਾ ਇਹ ਥੋੜਾ ਜਿਹਾ ਹੋ ਜਾਂਦਾ ਹੈ। ਤੁਸੀਂ ਮੈਂ ਦੇਖਿਆ ਕਿ ਇਹ ਚੀਜ਼ ਵੀ ਸਮਝ ਲੱਗਦੀ ਹੈ ਤੁਹਾਡੇ ਵਾਲੀ ਕਹਾਣੀ ਤੋਂ ਕਿ ਆਖਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਜੇਕਰ ਫੇਲੀਅਰ ਹੋ ਵੀ ਗਿਆ ਤਾਂ ਵੀ ਰੁਕੇ ਹੈ ਨਹੀਂ, ਕੋਈ ਅਜਿਹਾ ਲੱਗਿਆ ਸੀ, ਕੋਈ ਅਜਿਹਾ ਮੋੜ ਆਇਆ? ਕਿਉਂਕਿ ਜ਼ਿਆਦਾਤਰ ਜੇ ਦੇਖਿਆ ਜਾਵੇ ਜਦੋਂ ਤੁਸੀਂ ਇਸ ਚੀਜ਼ ਨੂੰ ਸੋਚਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਨਹੀਂ ਯਾਰ, ਜੇ ਮੈਂ ਰੁਕ ਜਾਂਦਾ ਸ਼ਾਇਦ ਗਲਤੀ ਕਰ ਦੇਣੀ ਸੀ। ਸਰ ਮੈਂ ਨਾ ਜਦੋਂ ਤਿਆਰੀ ਕਰਦੀ ਪਈ ਸੀਗੀ ਤੇ ਮੈਨੂੰ ਵਿੱਚ ਜੇ ਆ ਕੇ ਜਦੋਂ ਮੈਂ ਫੇਲੀਅਰ ਥੋੜੇ ਜਿਹੇ ਦੇਖੇ, ਮੈਨੂੰ ਵਿੱਚ ਜੇ ਆ ਕੇ ਸਮਝ ਆ ਗਿਆ ਸੀ ਕਿ ਮਤਲਬ ਇਹ ਨਾ ਫਰਕ ਹੁੰਦਾ ਹੈ, ਹਰ ਬੰਦੇ ਦੇ ਦਿਮਾਗ 'ਚ ਫਰਕ ਹੁੰਦਾ। ਇੱਕ ਬੰਦੇ ਨੇ ਕੋਈ ਚੀਜ਼ ਪੜ੍ਹ ਲੈਣੀ ਆ, ਉਹਨੂੰ ਉਹ ਯਾਦ ਰਹਿਣੀ ਆ ਹਮੇਸ਼ਾ। ਮੈਂ ਥੋੜੀ ਜਿਹੀ ਡਿਫਰੈਂਟ ਸੀ, ਮੈਂ ਇੱਕ ਚੀਜ਼ ਨੂੰ ਯਾਦ ਕਰਨਾ ਮੈਨੂੰ ਬਹੁਤ ਛੇਤੀ ਭੁੱਲ ਜਾਂਦੀ ਸੀ, ਤੇ ਲਾਅ 'ਚ ਆਪਾਂ ਨੂੰ ਬਹੁਤ ਯਾਦ ਕਰਨਾ ਪੈਂਦਾ, ਯਾਦ ਕਰਕੇ ਰੱਖਣੀਆਂ ਪੈਂਦੀਆਂ ਚੀਜ਼ਾਂ। ਤੇ ਮੈਂ ਜਦੋਂ ਇਹ ਚੀਜ਼ ਸਮਝ ਲਈ, ਫਿਰ ਮੈਂ ਉਸ ਦਿਨ ਤੋਂ ਇਹ ਡਿਸਾਈਡ ਕੀਤਾ ਕਿ ਚਲੋ ਮੈਨੂੰ ਥੋੜਾ ਜਿਹਾ ਐਫਰਟ ਜ਼ਿਆਦਾ ਕਰਨਾ ਪੈਣਾ, ਕਿ ਇੱਕ ਬੰਦੇ ਨੇ ਇੱਕ ਚੀਜ਼ ਨੂੰ ਪੜ੍ਹ ਲਿਆ, ਮੈਨੂੰ ਉਹੀ ਚੀਜ਼ ਨੂੰ 10 ਵਾਰ ਪੜ੍ਹਨਾ ਪੈਣਾ। ਮੈਂ ਉਹਨੂੰ ਵਾਰ-ਵਾਰ ਰਿਪੀਟ ਕਰਦੀ ਸੀ। ਮੈਂ ਸਮਝ ਗਈ ਸੀ ਕਿ ਮੇਰੇ ਫੇਲੀਅਰ ਦਾ ਰੀਜ਼ਨ ਇਹੀ ਆ ਕਿ ਜਦੋਂ ਮੈਂ ਐਗਜ਼ਾਮ ਤੱਕ ਮਤਲਬ ਜਾਂਦੀ ਆ, ਮੈਂ ਸੈਕਸ਼ਨਸ ਮੈਂ ਭੁੱਲਣੇ ਸ਼ੁਰੂ ਹੋ ਜਾਂਦੀ ਆ, ਤੇ ਮਤਲਬ ਫਿਰ ਮੇਰਾ ਇਹ ਹੋਣਾ ਸ਼ੁਰੂ ਹੋ ਗਿਆ ਸੀ ਕਿ ਜਿਵੇਂ ਮੇਰਾ ਪੰਜਾਬ ਦਾ ਜਿਵੇਂ ਐਗਜ਼ਾਮ ਸੀ, ਹਰਿਆਣਾ ਦਾ ਮੇਰਾ ਐਗਜ਼ਾਮ ਸੀ, ਮੈਂ ਇੱਕ ਰਾਤ ਪਹਿਲਾਂ ਮੈਂ ਸਾਰੀਆਂ ਬੁੱਕਸ ਮਤਲਬ ਮੈਂ ਕਹਿੰਦੇ ਹੁੰਦੇ ਕਿ ਐਗਜ਼ਾਮ ਤੋਂ ਪਹਿਲਾਂ ਪ੍ਰੋਪਰ ਸੌਂ ਕੇ ਜਾਓ, ਮੈਂ 1 ਘੰਟਾ ਅੱਧਾ ਘੰਟਾ 1 ਘੰਟਾ ਮੈਂ ਸੌਂ ਕੇ ਜਾਂਦੀ ਹੁੰਦੀ ਸੀ ਮੈਕਸਿਮਮ, ਤੇ ਮੈਂ ਸਾਰੀਆਂ ਬੁੱਕਸ ਮਤਲਬ ਮੇਰੇ ਅੰਡਰਲਾਈਨ ਕੀਤੇ ਹੋਏ ਸੀ ਕਿ ਇਹ ਚੀਜ਼ਾਂ ਰਿਵਾਈਜ਼ ਕਰਨ ਵਾਲੀਆਂ, ਉਹ ਮੈਂ ਸਾਰੀਆਂ ਚੀਜ਼ਾਂ ਮੈਂ ਬਿਲਕੁਲ ਫਰੈਸ਼ ਪੜ੍ਹ ਕੇ ਫਿਰ ਮੈਂ ਐਗਜ਼ਾਮ ਦੇਣ ਜਾਂਦੀ ਸੀ, ਕਿਉਂਕਿ ਮੈਂ ਆਪਦੀ ਵੀਕਨੈਸ ਮੈਂ ਉਦੋਂ ਫੜ ਲਈ ਸੀ ਕਿ ਆ ਮੇਰੀ ਵੀਕਨੈਸ ਆ। ਤੇ ਹੁਣ ਕੀ ਲੱਗਦਾ ਹੈ ਕਿ ਚਲੋ ਇਹ ਮੁਕਾਮ ਮਿਲ ਗਿਆ, ਅੱਗੇ ਦਾ ਇੱਕ ਕੀ ਨਜ਼ਰੀਆ ਰਹਿਣ ਵਾਲਾ ਹੈ? ਕਿਉਂਕਿ ਹੁਣ ਤਾਂ ਜੇ ਦੇਖੀਏ ਟਾਈਮਲੀ ਹੁਣ ਤਾਂ ਤੁਹਾਡੇ ਤੇ ਕੋਈ ਇਸ ਤਰ੍ਹਾਂ ਦਾ ਦਬਾਅ ਨਹੀਂ ਰਹੂਗਾ ਕਿ ਆਖਰ ਹੁਣ ਵਿਆਹ ਕਰਾਉਣਾ ਹੈ, ਫਿਰ ਵਿਆਹ ਕਰਾਉਣਾ, ਹੁਣ ਤਾਂ ਤੁਹਾਡੇ ਤੇ ਜਿਵੇਂ ਕਹੀਏ ਡਿਸੀਜਨ ਪਰਿਵਾਰਕ ਤੌਰ ਤੇ ਸਾਂਝਾ ਲੈ ਲਓਗੇ, ਪਰ ਅੱਗੇ ਦਾ ਕੀ ਸੋਚ ਕੇ ਚੱਲੇ ਹੋ? ਕਿਉਂਕਿ ਹੁਣ ਜਦੋਂ ਤੁਹਾਡੇ ਲਵੇ ਇੱਕ ਮੁਕਾਮ ਤਾਂ ਮਿਲ ਹੀ ਗਿਆ, ਉਸ ਮੁਕਾਮ ਦੇ ਅੱਗੇ ਆਇਆ ਵੀ ਉਹਨੂੰ ਪੂਰੇ ਚੰਗੀ ਤਰ੍ਹਾਂ ਦੇ ਨਾਲ ਜਸਟੀਫਾਈ ਕਰ ਸਕਾਂ, ਇਹ ਚੀਜ਼ਾਂ ਬੜੀਆਂ ਦਿਮਾਗ ਤੇ, ਕਿਉਂਕਿ ਉਦੋਂ ਵੀ ਜ਼ਿਆਦਾ ਹੁਣ ਲੋਕਾਂ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ। ਸਰ ਮੈਂ ਇਹੀ ਸੋਚਦੀ ਹਾਂ ਕਿ ਮਤਲਬ ਮੈਂ ਤਾਂ ਹਨਾ ਐਗਜ਼ਾਮ ਦੇ ਕੇ ਆ ਗਈ, ਬਟ ਜਿਹੜੇ ਮੈਂ ਡਿਸੀਜਨਸ ਦਊਂਗੀ, ਮੇਰੇ ਡਿਸੀਜਨਸ ਤੇ ਬਹੁਤ ਸਾਰੇ ਲੋਕਾਂ ਦੀ ਲਾਈਫ ਡਿਪੈਂਡ ਕਰੂਗੀ, ਚਾਹੇ ਉਹ ਪ੍ਰੋਪਰਟੀ ਦਾ ਮੈਟਰ ਹੋਵੇ, ਉਹਨਾਂ ਵਾਸਤੇ ਤਾਂ ਉਹੀ ਬਹੁਤ ਵੱਡਾ, ਪਰ ਪੂਰੀ ਲਾਈਫ ਨਿਕਲ ਜਾਂਦੀ ਆ, ਚਾਹੇ ਫੈਮਿਲੀ ਦਾ ਉਹਨਾਂ ਦਾ ਕੋਈ ਮੈਟਰ ਹੋਏ। ਤੇ ਮਤਲਬ ਮੈਂ ਬਹੁਤ ਡਿਟਰਮਾਈਂਡ ਹਾਂ ਇਸ ਚੀਜ਼ ਨੂੰ ਲੈ ਕੇ ਕਿ ਮੈਂ ਆਪਦਾ ਕੰਮ ਬਹੁਤ ਡਿਸਿਪਲਿਨ ਨਾਲ ਕਰੂੰਗੀ, ਕਿ ਜਿੰਨਾ ਵੀ ਮੈਨੂੰ ਕੰਮ ਦਿੱਤਾ ਜਾਊਗਾ ਪੂਰੀ ਓਨੈਸਟੀ ਨਾਲ ਮੈਂ ਆਪਦਾ ਕੰਮ ਕਰੂੰਗੀ। ਇਹ ਮੈਂ ਹੁਣ ਵੀ ਜਦੋਂ ਮਤਲਬ ਮੇਰਾ ਐਗਜ਼ਾਮ ਕਲੀਅਰ ਹੋਇਆ, ਮੈਂ ਗੁਰਦੁਆਰੇ ਹੀ ਕਿਹਾ ਹਨਾ ਰੱਬ ਅੱਗੇ ਕਿ ਮਤਲਬ ਮੇਰਾ ਇਸ ਚੀਜ਼ 'ਚ ਸਾਥ ਦਿਓ ਕਿ ਮੈਂ ਓਨੈਸਟ ਰਵਾਂ, ਮੇਰੇ ਮਨ 'ਚ ਕਦੇ ਇਹ ਨਾ ਥਾਟ ਆਵੇ ਕਿ ਹਨਾ ਉਹ ਪੈਸੇ ਵਗੈਰਾ ਚੱਲਣ, ਇਹ ਮੇਰੇ ਮਨ 'ਚ ਕਦੇ ਥਾਟ ਵੀ ਨਾ ਆਵੇ। ਮੈਂ ਇਹੀ ਮੈਂ ਪ੍ਰੇ ਕੀਤਾ। ਹਾਂਜੀ, ਇਹਦੇ 'ਚ ਸਾਰੀਆਂ ਚੀਜ਼ਾਂ 'ਚ ਜੇ ਦੇਖੀਏ ਰੱਬ ਦਾ ਸਹਾਰਾ ਕਿੰਨਾ ਰਹਿੰਦਾ ਆਖਰਕਾਰ, ਕਿਉਂਕਿ ਬੰਦਾ ਜਦੋਂ ਕਹਿੰਦੇ ਨੇ ਸਭ ਕੁਝ ਚੀਜ਼ ਹੁੰਦਾ, ਇੱਕ ਵਾਰੀ ਹਲਕੇ 'ਚ ਵੀ ਤੇ ਬਹੁਤ ਭਾਰੀ 'ਚ ਵੀ, ਰੋਸ 'ਚ ਹੋਵੇ ਚਾਹੇ ਦੁੱਖ 'ਚ ਹੋਵੇ ਚਾਹੇ ਸੁੱਖ 'ਚ, ਬੰਦਾ ਉਹਨੂੰ ਜ਼ਰੂਰ ਤੇ ਆਉਂਦਾ। ਵਾਹਿਗੁਰੂ ਦਾ ਕਿੱਡਾ ਕੁ ਮੰਨਦੇ ਹੋ ਤੁਸੀਂ ਇਹ ਸਾਰੀਆਂ ਚੀਜ਼ਾਂ ਹੋਣ ਦੇ ਵਿੱਚ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਿੱਡਾ ਕੁ ਵੱਡਾ ਸਾਥ ਰਿਹਾ? तो मेरी जिवें पहला भी इंटरव्यू हुई थी, उन्होंने मैंने पूछा कि तुसी किसको आप अपना ये सफलता का श्रेय दोगे, तो मैं यही कहा कि मैं तो रब नूं दूंगी, बिकॉज मैं तुहानूं एक इंसीडेंट दसदी हां मेरे नाल की होया। एग्जाम तो एक रात पहला मेरे ना इत्थे एक गंढ हो गई, ते जिहड़ा अपना ये मेन्स दा एग्जाम हुंदा उह च लिखना बहुत पैंदा है, मतलब थोड़ी बहुत स्पीड होनी चाहिए, बहुत लेंथी पेपर हुंदा है, ते ओह मेरे तो एक लाइन नहीं सी लिखी जाती। ਤੇ ਮੈਂ ਪਹਿਲਾਂ ਤਾਂ ਬਹੁਤ ਰੋਈ, ਮੈਂ ਕਿਹਾ ਮੇਰੇ ਇੰਨੇ ਸਾਲ ਦੀ ਪ੍ਰਿਪਰੇਸ਼ਨ ਮੇਰੇ ਅੱਜ ਹੋਣਾ ਸੀ ਇਹ, ਤੇ ਅਸੀਂ ਡਾਕਟਰ ਕੋਲ ਵੀ ਗਏ, ਉਹ ਕਹਿੰਦੇ ਕਿ ਇਹ ਤਾਂ ਕੱਢਣੀ ਪਊਗੀ, ਮਤਲਬ ਚੀਰਾ ਦੇ ਕੇ ਕੱਢਣੀ ਪਊਗੀ ਤੇ ਤੁਸੀਂ ਲਿਖ ਤਾਂ ਨਹੀਂ ਆ ਸਕਦੇ। ਤੇ ਫਿਰ ਮੈਂ ਮਤਲਬ ਉਹੀ ਜਿਹਨੂੰ ਕਹਿ ਸਕਦੇ ਕਿ ਮੈਂ ਅਰਦਾਸ ਹੀ ਕੀਤੀ ਕਿ ਮੈਂ ਇੰਨੇ ਸਾਲ ਮੈਂ ਪੜ੍ਹੀ ਆ, ਹਨਾ
ਤੇ ਹੁਣ ਜਦੋਂ ਲਿਖਣ ਦਾ ਟਾਈਮ ਸੀ, ਜਿਹੜਾ ਮੈਂ ਸਾਰੀ ਤਿਆਰੀ ਕੀਤੀ ਸੀਗੀ, ਤੇ ਹੁਣ ਹੀ ਮੇਰੇ ਨਾਲ ਇਹ ਹੋਣਾ ਸੀ। ਤੇ ਫਿਰ ਬਾਰ ਮੈਂ ਰੱਬ ਤੇ ਉਸ ਰਾਤ ਛੱਡਤਾ ਸੀਗਾ ਕਿ ਜਿਵੇਂ ਹੋਣਾ ਹੈ ਹਨਾ, ਜਿਵੇਂ ਮਨਜ਼ੂਰ ਹੈ ਹਨਾ, ਉਵੇਂ ਹੋ ਜੇ। ਹਾਂਜੀ, ਤੇ ਉਹ ਮਤਲਬ ਉਹ ਕਾਟਨ ਰੱਖ ਕੇ ਮੈਂ ਪੱਟੀ ਬੰਨ ਕੇ ਮਤਲਬ ਮੈਂ ਲਿਖਿਆ। ਤੇ ਮੈਨੂੰ ਜਦੋਂ ਮੈਂ ਪੇਪਰ ਦੇ ਕੇ ਲਿਖ ਕੇ ਬਾਹਰ ਆਈ, ਮੈਨੂੰ ਉਦੋਂ ਯਾਦ ਆਇਆ ਕਿ ਮੇਰੇ ਇੱਥੇ ਕੁਝ ਹੋਇਆ ਸੀ, ਤੇ ਮੈਨੂੰ ਪਤਾ ਵੀ ਨਹੀਂ ਚੱਲਿਆ ਪੇਪਰ 'ਚ, ਮੈਨੂੰ ਫੀਲ ਵੀ ਨਹੀਂ ਹੋਇਆ ਕਿ ਮੇਰੇ ਇੱਥੇ ਕੋਈ ਗੰਢ ਹੈ। ਯਾਨੀ ਕਿ ਕਹਿੰਦੇ ਹੁੰਦੇ ਨੇ ਜਿਵੇਂ ਵੀ ਇਹ ਚੀਜ਼ਾਂ ਹੁੰਦੀਆਂ ਨੇ, ਇਹ ਨਹੀਂ ਹੈਗਾ ਵੀ ਤੁਸੀਂ ਜਿਵੇਂ ਆਮ ਤੌਰ ਤੇ ਪੜ੍ਹ ਲਿਖ ਗਏ ਤਾਂ ਇਹਨਾਂ ਚੀਜ਼ਾਂ ਤੋਂ ਭਰੋਸਾ ਛੱਡ ਦਿਓ। ਨਾਲੇ ਸਰ ਇਹ ਹੁੰਦਾ ਹੈ ਕਿ ਜਿਵੇਂ ਮਤਲਬ ਮੈਂ ਤਾਂ ਚਲੋ ਪੜ੍ਹ ਲਿਆ, ਉੱਥੇ ਆਪਣਾ ਇੱਕ ਵੀ ਆਨਸਰ ਇੱਧਰ ਉੱਧਰ ਹੋ ਜੇ, ਕਿਤੇ ਕੁਝ ਯਾਦ ਨਾ ਆਵੇ, ਤੁਹਾਡਾ ਉੱਥੇ ਹੀ ਮਤਲਬ ਨਹੀਂ ਸਿਲੈਕਸ਼ਨ ਹੋਣਾ। ਤੇ ਇਹ ਤਾਂ ਫਿਰ ਹੁਣ ਤੁਸੀਂ ਪਰਮਾਤਮਾ ਦਾ ਹੀ ਕਹਿ ਸਕਦੇ ਆ ਕਿ ਹਨਾ, ਉਹਨਾਂ ਦੇ ਹੱਥ, ਜੇ ਉਹਨਾਂ ਦੇ ਮਤਲਬ ਹੈਗਾ ਹੈ ਕਿ ਇਹਨੂੰ ਬਣਾਉਣਾ ਹੈ ਜੱਜ, ਤਾਂ ਤੁਹਾਨੂੰ ਉੱਥੇ ਟਾਈਮ ਤੇ ਸਾਰੀਆਂ ਚੀਜ਼ਾਂ ਯਾਦ ਵੀ ਆ ਜਾਣੀਆਂ ਹੈਨਾ। ਜੇ ਉਹਨਾਂ ਦਾ ਹੈਗਾ ਕਿ ਇਹਨੂੰ ਬਣਾਉਣਾ ਹੈ, ਤੇ ਫਿਰ ਕੁਐਸਚਨਸ ਹੀ ਉਹੋ ਜਿਹੇ ਆਉਣਗੇ ਕਿ ਜਿਹੜੇ ਤੁਹਾਨੂੰ ਆਉਂਦੇ ਆ। ਹਾਂਜੀ, ਕਿਉਂਕਿ ਸਿਲੇਬਸ ਤਾਂ ਦੇਖੋ ਇੰਨਾ ਵਾਸਟ ਆ, ਤਾਂ ਮੈਂ ਤਾਂ ਇਸ ਚੀਜ਼ ਤੇ ਬਹੁਤ ਫਰਮਲੀ ਬਿਲੀਵ ਕਰਦੀ ਹਾਂ। ਇੱਕ ਲਾਸਟ ਇੰਨਾ ਕੁ ਦੱਸ ਦਿਓ ਕਿ ਜਦੋਂ ਇਹ ਸਾਰੀ ਚੀਜ਼ ਦੇ ਵਿੱਚ ਦੇਖੀਏ, ਪੂਰੇ ਤੁਹਾਡਾ ਸਫ਼ਰ ਪੜ੍ਹਾਈ ਦਾ ਹੋ ਗਿਆ, ਪਰਿਵਾਰਕ ਤੌਰ ਦਾ ਹੋ ਗਿਆ, ਕਦੇ ਇਹ ਲੱਗਿਆ ਸੀ ਕਿ ਆਖਰਕਾਰ ਵੀ ਹਾਂ ਜੱਜ ਦਾ ਰੁਤਬਾ ਹੀ ਉਹ ਰੁਤਬਾ ਹੈ ਜਿਹਨੂੰ ਜੇ ਅੱਜ ਵੀ ਕਹੀਏ ਕਿ ਸਿਆਸਤਦਾਨ ਭਾਵੇਂ ਕਿੱਡੀ ਵੱਡਾ ਬਣ ਜਾਏ, ਕਿੱਡੀ ਸਰਕਾਰਾਂ 'ਚ ਵਗ ਜਾਏ, ਮੁੱਖ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ, ਜਦੋਂ ਕਿਸੇ ਜਸਟਿਸ ਦੇ ਅੱਗੇ ਜਾਂਦਾ ਹੈ ਤਾਂ ਉਲਟਾ ਉਹਨੂੰ ਸਲੂਟ ਕਰਨਾ ਪੈਂਦਾ ਹੈ। ਇਹ ਚੀਜ਼ ਦਾ ਸੀਗਾ ਕਿ ਆਖਰਕਾਰ ਸਭ ਤੋਂ ਵੱਡੇ ਉਹਦੇ ਪਾਇਦਾਨ ਤੇ ਤੁਸੀਂ ਪਹੁੰਚ ਜਾਓ। ਸਰ ਸੀਗਾ, ਬਟ ਹਜੇ ਵੀ ਜਦੋਂ ਮੇਰਾ ਰਿਜ਼ਲਟ ਵੀ ਆਇਆ, ਮਤਲਬ ਮੈਨੂੰ ਇਸ ਚੀਜ਼ ਦੀ ਇੰਨਾ ਨਹੀਂ ਪ੍ਰਾਊਡ ਫੀਲ ਕਰਦੀ ਕਿ ਉਹ ਸੈਲੂਟ ਵਗੈਰਾ ਦਾ ਮੈਨੂੰ ਇੰਨਾ ਉਹਦੇ 'ਚ ਨਾਲ ਹੈ ਨਹੀਂ। ਮੈਨੂੰ ਤਾਂ ਇਹ ਲੱਗਦਾ ਹੈ ਕਿ ਆਪਣੇ ਇੰਡੀਆ ਦੇ ਸਿਸਟਮ 'ਚ ਹਰ ਇੱਕ ਦਾ ਆਪਦਾ ਰੋਲ ਹੈ, ਪ੍ਰਧਾਨ ਮੰਤਰੀ ਦਾ ਆਪਦਾ ਰੋਲ ਹੈ ਹਨਾ, ਤੇ ਕਿਤੇ ਕਿਤੇ ਉਹ ਆਪਾਂ ਨੂੰ ਕੰਟਰੋਲ ਕਰਦਾ, ਜੁਡੀਸ਼ਰੀ ਨੂੰ ਕਿਤੇ ਲੈਜਿਸਲੇਚਰ ਕੰਟਰੋਲ ਕਰਦਾ, ਕਿਤੇ ਜੁਡੀਸ਼ਰੀ ਲੈਜਿਸਲੇਚਰ ਨੂੰ ਕੰਟਰੋਲ ਕਰਦੀ ਹੈ। ਤੇ ਆਈ ਥਿੰਕ ਆਪਦੇ ਦਾਇਰੇ 'ਚ ਰਹਿ ਕੇ ਆਪਦਾ ਕੰਮ ਕਰਨਾ, ਇਹਨਾਂ ਚੀਜ਼ਾਂ ਵਾਸਤੇ ਆਪਾਂ ਪ੍ਰਾਊਡ ਫੀਲ ਕਰੀ ਜਾਈਏ ਕਿ ਹੁਣ ਸੈਲੂਟ ਵੱਜਣਗੇ। ਮੈਨੂੰ ਇਸ ਚੀਜ਼ ਦੀ ਇੰਨੀ ਜ਼ਿਆਦਾ, ਮੈਂ ਜਦੋਂ ਐਗਜ਼ਾਮ ਲਈ ਪ੍ਰਿਪੇਅਰ ਕਰਦੀ ਸੀ ਉਦੋਂ ਵੀ ਮੇਰੇ ਮਨ 'ਚ ਕਦੇ ਆਇਆ ਨਹੀਂ ਕਿ ਇਸ ਰੀਜ਼ਨ ਕਰਕੇ ਕਰਨਾ ਹੈ। ਮੈਨੂੰ ਇਹ ਸੀਗਾ ਕਿ ਜਿਵੇਂ ਕੁੜੀਆਂ ਨੂੰ ਹੁੰਦਾ ਹੈ ਕਿ ਜਿਵੇਂ ਮੈਂ ਲਾਅ ਕੀਤਾ ਸੀ, ਜਾਂ ਤਾਂ ਮੈਂ ਪ੍ਰੈਕਟਿਸ ਕਰ ਸਕਦੀ ਸੀ ਕੋਰਟ 'ਚ ਜਾ ਕੇ, ਜਾਂ ਮੇਰੇ ਕੋਲ ਜੁਡੀਸ਼ਰੀ ਦਾ ਆਪਸ਼ਨ ਸੀ। ਮੇਰਾ ਫੈਮਿਲੀ ਬੈਕਗਰਾਊਂਡ ਮਤਲਬ ਕੋਈ ਲਾਇਰ ਹੈ ਨਹੀਂ, ਉਹਦੇ 'ਚ ਮੈਨੂੰ ਥੋੜਾ ਜਿਹਾ ਮਤਲਬ ਉਹ ਮੇਰਾ ਕਾਫੀ ਔਖੀ ਫੀਲਡ ਸੀ ਕਿ ਜੇ ਮੈਂ ਪ੍ਰੈਕਟਿਸ ਆਪੇ ਸ਼ੁਰੂ ਕਰਦੀ ਤਾਂ ਉਹ ਡਿਫਿਕਲਟ ਹੋਣਾ ਸੀ ਮੇਰੇ ਵਾਸਤੇ। ਫਿਰ ਮੈਂ ਇਹ ਲਾਈਨ ਚੂਜ਼ ਕੀਤੀ, ਤੇ ਮੈਂ ਕਦੇ ਇਹ ਨਹੀਂ ਸੋਚਿਆ ਕਿ ਹਾਂ ਉਹ ਮਤਲਬ ਹਨਾ ਉਹ ਟੌਰ ਬਣਨ ਵਾਲੀ ਗੱਲ, ਮੈਂ ਕਦੇ ਇਹ ਨਹੀਂ ਸੋਚਿਆ। ਮੈਨੂੰ ਸੀ ਇੱਕ ਫਾਈਨੈਂਸ਼ੀਅਲ ਸਟੇਬਿਲਿਟੀ ਹੋਊਗੀ, ਰਿਸਪੈਕਟੇਬਲ ਜੌਬ ਹੋਊਗੀ। ਹੁਣ ਵੀ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਚਲੋ ਮਤਲਬ ਇੰਨੀ ਮਿਹਨਤ ਕੀਤੀ ਸੀ, ਇੱਕ ਫਾਈਨੈਂਸ਼ੀਅਲ ਸਟੇਬਿਲਿਟੀ, ਬਾਕੀ ਰਿਸਪੈਕਟੇਬਲ ਜੌਬ ਆ, ਤੇ ਬਾਕੀ ਲੋਕਾਂ ਲਈ ਕੁਝ ਕਰਨ ਨੂੰ ਮਿਲੂਗਾ। ਬਿਲਕੁਲ ਜ਼ਰੂਰੀ ਚੀਜ਼ਾਂ ਜਿਵੇਂ ਆਮ ਤੌਰ ਤੇ, ਕਿਉਂਕਿ ਅਕਸਰ ਅਸੀਂ ਮਿਲਦੇ ਰਹਿੰਦੇ ਆਗੇ, ਚਾਹੇ ਸਿਆਸਤਦਾਨ ਕਿਸੇ ਪਾਇਦਾਨ ਤੇ ਪਹੁੰਚ ਜਾਂਦੇ ਨੇ, ਉਦੋਂ ਵੀ ਉਹਨਾਂ ਨੇ ਇਹ ਪੁੱਛਦੇ ਆ ਕਿ ਹੁਣ ਅੱਗੇ ਦਾ ਤੁਹਾਡਾ ਕੀ ਏਮ ਰਹੂਗਾ। ਇਸੇ ਤਰ੍ਹਾਂ ਦੇ ਨਾਲ ਜੇ ਕਹੀਏ ਅੰਮ੍ਰਿਤ ਬਰਾੜ ਦਾ ਵੀ ਜਿਵੇਂ ਦੇਖਦੇ ਆ, ਇਹ ਲੋਕਾਂ ਦੀ ਜਦੋਂ ਅਸੀਂ ਕਹਾਣੀਆਂ ਸੁਣਦੇ ਆ ਤਾਂ ਉਹਦਾ ਮਤਲਬ ਇਹੀ ਹੁੰਦਾ ਕਿ ਜਿਹੜੀ ਇਹਨਾਂ ਦੀ ਰੀਅਲ ਲਾਈਫ ਸਟੋਰੀ ਨੇ ਤਾਂ ਉਹ ਇੰਪੈਕਟ ਪਾਉਂਦੀਆਂ ਨੇ ਉਹਨਾਂ ਲੋਕਾਂ ਦੇ ਜਿਹੜੇ ਹਜੇ ਦੇਖ ਰਹੇ ਨੇ, ਤਿਆਰੀ ਕਰਨਾ ਚਾਹੁੰਦੇ ਨੇ, ਫੀਲਡ ਕੋਈ ਵੀ ਹੋਵੇ, ਪਰ ਉਹਦੇ ਵਿੱਚ ਫੇਲੀਅਰ ਜ਼ਰੂਰ ਆਉਂਦੇ ਨੇ। ਪਰ ਫੇਲੀਅਰਾਂ ਤੋਂ ਆਖਰ ਕਿਵੇਂ ਬੰਦਾ ਖੜਾ ਹੋ ਕੇ ਅੱਗੇ ਵੱਧਦਾ, ਉਹੀ ਚੀਜ਼ ਸਿੱਖਣ ਤੇ ਸਮਝਣ ਦੀ ਲੋੜ ਹੁੰਦੀ ਹੈ, ਕਿਉਂਕਿ ਕਈ ਵਾਰ ਕੋਈ ਜ਼ਰੂਰੀ ਨਹੀਂ ਹੁੰਦਾ ਤੁਹਾਡੇ ਆਸੇ-ਪਾਸੇ ਇਹੋ ਜਿਹੀ ਉਦਾਹਰਨ ਹੋਵੇ ਤੇ ਤੁਸੀਂ ਉਹਨੂੰ ਦੇਖੋ। ਤੇ ਅੰਮ੍ਰਿਤ ਬਰਾੜ ਵੀ ਕਹਿ ਸਕਦੇ ਆਂਗੇ ਕਿ ਇੱਕ ਉਹੀ ਜਿੰਦੀ ਜਾਗਦੀ ਉਦਾਹਰਨ ਨਜ਼ਰ ਪੈਂਦੀ ਹੈ। ਵੀਡੀਓ ਜਰਨਲਿਸਟ ਅਸ਼ੋਕ ਦੇ ਨਾਲ ਸਮਿਤ ਸਿੰਘ, ਰਜਾਲਾ ਸਪੋਕਸਮੈਨ ਟੀਵੀ, ਚੰਡੀਗੜ੍ਹ।